ਬਸ ਪੂਰਨਤਾ ਲਈ ਮੈਂ ਸੋਚਿਆ ਕਿ ਮੈਂ ਤੁਹਾਡੇ ਲਈ ਡੇਟਾ ਲਿਖ ਦਿੰਦਾ ਹਾਂ। AIY ਅਤੇ X IX plus Y ਇਹ ਸਾਰੀਆਂ ਚੀਜ਼ਾਂ ਕਿਉਂ ਆਉਂਦੀਆਂ ਹਨ? -X -IY ਇਹ ਤਾਂ ਹੈ ਕਿਉਂਕਿ ਜੇਕਰ ਤੁਸੀਂ ਸਫੇਰਿਕਲ ਹਾਰਮੋਨਿਕਸ Y ਇੱਕ 0 ਦੇਖਦੇ ਹੋ, ਇਸ ਨਾਰਮਲਾਈਜੇਸ਼ਨ ਤੱਕ cos ਥੀਟਾ ਹੈ। cos ਥੀਟਾ ਕੁਝ ਨਹੀਂ ਬਲਕਿ Z ਕੰਪੋਨੈਂਟ ਦੇ ਅਨੁਪਾਤੀ ਹੈ। Y ਇੱਕ ਇਕੁਅਲੀ ਟੂ ਦੱਦਾ I phi ਹੈ, ਜਿਸ ਨੂੰ ਤੁਸੀਂ cos phi plus I phi ਲਿਖ ਸਕਦੇ ਹੋ ਅਤੇ ਇਹ sin ਥੀਟਾ ਹੈ। ਉਹਨਾਂ ਨੂੰ ਕੰਪੋਨੈਂਟਸ ਵਿੱਚ ਰਿਜ਼ੋਲਵ ਕਰਨ ਲਈ ਤੁਹਾਨੂੰ ਇੱਥੇ ਜੋ ਮਿਲਦਾ ਹੈ ਉਹ ਹੈ -X plus IY। ਅਤੇ ਜੇ ਤੁਸੀਂ Y1 -1 ਵੱਲ ਵੇਖੋ, ਇਹ X -IY ਹੈ। ਇਹਨਾਂ ਚੀਜ਼ਾਂ ਨੂੰ ਯਾਦ ਰੱਖੋ, ਇਸ ਕਰਕੇ ਇਹ ਹੈ। ਇਹ ਪੋਜੀਸ਼ਨ ਕੰਪੋਨੈਂਟਸ ਲਈ ਹੈ। ਤੁਸੀਂ ਕਿਸੇ ਵੀ ਵੇਕਟਰ ਕੰਪੋਨੈਂਟਸ ਲਈ ਲਿਖ ਸਕਦੇ ਹੋ ਇਸੇ ਤਰੀਕੇ ਨਾਲ, ਕਹਿੰਦੇ ਹੋਏ ਕਿ ਇਹ ਰੈਂਕ 1 ਹੈ। ਸੁਪਰਸਕ੍ਰਿਪਟ ਮੇਰੀ ਰੈਂਕ 1 ਇੱਥੇ ਦਾਨ ਕਰ ਰਹੀ ਹੈ। ਤੁਹਾਨੂੰ Q ਇੱਥੇ ਲਗਾਉਣਾ ਚਾਹੀਦਾ ਸੀ। ਮੈਂ ਰੈਂਕ ਲਈ ਸੁਪਰਸਕ੍ਰਿਪਟ ਇੱਥੇ ਲਾਇਆ ਅਤੇ ਸੁਪਰਸਕ੍ਰਿਪਟ Q ਵੈਲਿਊ ਲਈ ਹੈ। ਇਹ ਸਿਰਫ ਇੱਕ ਵੱਖਰੀ ਨੋਟੇਸ਼ਨ ਹੈ। ਕੁਝ ਕਿਤਾਬਾਂ ਇਹ ਟਿੱਪਣੀ ਫਾਲੋ ਕਰਦੀਆਂ ਹਨ, ਇਸ ਕਰਕੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਅਸਲ ਵਿੱਚ ਕੀ ਹੈ। ਇਸ ਲਈ ਇਸ ਨੂੰ ਸਿਰਫ ਇੱਕ ਪੋਜੀਸ਼ਨ ਵੈਕਟਰ ਵੇਖ ਕੇ ਜੋ Z ਦੇ ਅਨੁਪਾਤ ਹੈ, ਤੁਸੀਂ ਇਸ ਨੂੰ Z ਕੰਪੋਨੈਂਟ ਵੀ ਕਹਿ ਸਕਦੇ ਹੋ। ਇਸੇ ਤਰ੍ਹਾਂ ਤੁਸੀਂ ਇਸ ਨੂੰ ਦੱਦਾ ਮੈਗਨੇਟਿਕ ਕੁਆਂਟਮ ਨੰਬਰ Q ਬਰਾਬਰ +1 ਕੰਪੋਨੈਂਟ ਕਹਿ ਸਕਦੇ ਹੋ, ਇਸ ਦੇ ਬਿਲਕੁਲ ਬਰਾਬਰ, ਜਿਹੜਾ ਕਿ ਅਸੀਂ ਇੱਥੇ ਲਿਖਿਆ ਹੋਇਆ ਹੈ। ਅਤੇ ਇੱਕ ਆਖਰੀ ਇੱਥੇ ਨਾਰਮਲਾਈਜੇਸ਼ਨ ਦੀ ਕੁਝ ਸੂਖਮਤਾ ਹੈ। ਸ਼ਾਇਦ ਮੇਰੇ ਕੋਲ ਇਹ ਉਸ ਸਲਾਈਡ ਵਿੱਚ ਸੀ, ਪਰ ਜਦੋਂ ਮੈਂ ਇਸ ਨੂੰ ਇਸ ਉੱਤੇ ਲਿਖਿਆ ਤਾਂ ਮੈਂ ਇਹ ਨਹੀਂ ਲਿਖਿਆ ਕਿ ਇਹ ਸਹੀ ਹੈ। ਮੇਰੇ ਕੋਲ ਇਹ ਸੀ। ਹਾਂ, ਇੱਥੇ ਸਕੁਏਅਰ ਰੂਟ 2 ਹੈ, ਜਿਸ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਕਿ ਇਹ ਸਪਸ਼ਟ ਹੈ? ਘੱਟੋ ਘੱਟ ਰੈਂਕ 0 ਟੈਂਸਰ ਇੱਕ ਸਕੇਲਰ ਹੈ। ਤੁਹਾਡੇ ਲਈ ਇਹ ਸਪਸ਼ਟ ਹੋਣਾ ਚਾਹੀਦਾ ਹੈ ਕਿ ਰੈਂਕ 1 ਟੈਂਸਰ ਇੱਕ ਵੈਕਟਰ ਹੈ ਅਤੇ ਵੈਕਟਰ ਗੋਲਾਕਾਰ ਹਾਰਮੋਨਿਕਸ ਤੇ ਤੁਹਾਡੇ ਗਿਆਨ ਨੂੰ ਰੱਖਦਾ ਹੈ ਜੋ ਸਥਿਤੀ ਆਪਰੇਟਰ ਲਈ ਲਾਗੂ ਹੁੰਦਾ ਹੈ। ਤੁਸੀਂ ਕਿਸੇ ਵੀ ਵੇਕਟਰ ਆਪਰੇਟਰ ਨੂੰ ਟਰਾਈ ਅਤੇ ਲਿਖ ਸਕਦੇ ਹੋ, ਉਸ ਨੋਟੇਸ਼ਨ ਵਿੱਚ X ਕੰਪੋਨੈਂਟ Y ਕੰਪੋਨੈਂਟ ਲਿਖਣ ਦੀ ਬਜਾਏ Z ਕੰਪੋਨੈਂਟ, ਜਿਸ ਨੂੰ ਤੁਸੀਂ ਲਿਖਣਾ ਪਸੰਦ ਕਰੋਗੇ। ਕਿ Q ਇੱਕ ਵਾਂਗ 0 1 1 ਅਤੇ 1 -1 ਜਾਂ ਤੁਸੀਂ ਸਬਸਕ੍ਰਿਪਟ ਦੇ ਹੇਠਾਂ ਸੁਪਰਸਕ੍ਰਿਪਟ ਲਗਾ ਸਕਦੇ ਹੋ, ਜਿੱਥੇ ਸੁਪਰਸਕ੍ਰਿਪਟ K ਨਾਲ ਮੇਲ ਖਾਂਦੀ ਹੈ ਅਤੇ ਸਬਸਕ੍ਰਿਪਟ Q ਨਾਲ ਮੇਲ ਖਾਂਦੀ ਹੈ। ਇਹ ਰੈਂਕ 1 ਦੇ ਟੈਂਸਰ ਲਈ ਹੈ। ਇਸ ਲਈ ਇਹ ਮੈਂ ਪਹਿਲਾਂ ਹੀ ਕਿਹਾ ਹੈ, ਗੋਲਾਕਾਰ ਹਾਰਮੋਨਿਕਸ ਦੇ ਵਿਚਕਾਰ ਬਹੁਤ ਸਮਾਨਤਾ ਹੈ। ਅਤੇ ਕਿ Q ਅਤੇ ਉਸੇ ਤਰ੍ਹਾਂ ਰਸਮੀ ਤੌਰ ਤੇ ਪੋਜੀਸ਼ਨ ਵੈਕਟਰਾਂ ਤੋਂ ਇਲਾਵਾ ਕਿਸੇ ਵੀ ਹੋਰ ਵੈਕਟਰ ਲਈ ਤੁਹਾਡੇ ਕੋਲ ਸਮਾਨ ਵਿਵਹਾਰ ਹੋ ਸਕਦਾ ਹੈ। ਕਿ ਕਿਵੇਂ ਕਿ Q ਰੋਟੇਸ਼ਨ ਦੇ ਨੀਚੇ ਵਰਤਾਵ ਕਰਦੇ ਹਨ। ਇਹ ਸਮਾਨਤਾ Y ਟਰਾਂਸਮਿਸ਼ਨ ਵਿੱਚ ਕੰਮ ਕਰਨ ਦੇ ਨਾਲ-ਨਾਲ ਵਿਵਹਾਰ ਕਰਨ ਦਾ ਇੱਕੋ ਤਰੀਕਾ ਹੈ। ਇਸ ਲਈ ਸਾਨੂੰ ਇਹ ਦੇਖਣਾ ਪਵੇਗਾ ਕਿ ਤੁਸੀਂ ਦੋ ਸਪਿਨ ਅੱਧੇ ਪਾਰਟੀਕਲਾਂ ਜਾਂ ਦੋ ਪਾਰਟੀਕਲਾਂ ਨੂੰ ਲੈ ਕੇ CG ਗੁਣਾਂਕ J1 ਅਤੇ J2 ਨੂੰ ਲੈ ਕੇ ਕੀਤਾ ਹੈ। ਇਹ ਦੋ ਟੈਂਸਰ ਕਿਉਂ ਨਹੀਂ ਬਣ ਸਕਦਾ? ਅਤੇ ਵੇਖੋ ਕੀ ਹੁੰਦਾ ਹੈ। ਇਹ ਉਹ ਹੈ ਜੋ ਤੁਸੀਂ ਪੁੱਛੋਗੇ। ਮੰਨ ਲਓ ਮੇਰੇ ਕੋਲ ਇੱਕ ਟੈਂਸਰ ਹੈ, ਮੈਂ ਦੂਸਰਾ ਟੈਂਸਰ ਲਿੱਤਾ ਹੈ। ਜੇ ਇਨ੍ਹਾਂ ਦੋ ਟੈਂਸਰਾਂ ਨੂੰ ਜੋੜਿਆ ਜਾਵੇ, ਜੋ ਕਿ ਇੱਕ ਅਣ-ਜੋੜ ਅਵਸਥਾ ਜਿਸ ਨੂੰ ਅਸੀਂ ਕਹਿੰਦੇ ਹਾਂ ਇੱਕ ਘਟਾਉਣਯੋਗ ਟੈਂਸਰ ਹੈ ਵਰਗਾ ਹੈ। ਘਟਾਉਣਯੋਗ ਕਿਉਂ ਹੈ? ਇਹ ਰਾਹ ਚੀਜ਼ ਹੈ ਜਿੱਥੇ ਮੈਂ ਇਸ ਨੂੰ ਘਟਾਵਾਂਗਾ ਅਤੇ ਇਸ ਨੂੰ ਇੱਕ ਟਰੇਸ ਵਾਂਗ ਬਣਾਵਾਂਗਾ। ਐਂਟੀ ਸਿਮੈਟ੍ਰਿਕ ਉਹ ਹੈ ਜੋ ਅਸੀਂ ਕੀਤਾ ਹੈ ਅਤੇ ਇਸ ਨੂੰ ਅਟੁੱਟ ਟੈਂਸਰਾਂ ਵਿੱਚ ਬਣਾਇਆ ਹੈ। ਇਸ ਲਈ ਮੈਂ ਤੁਹਾਡੇ ਵਿੱਚ ਅਣ-ਜੋੜ ਸਥਿਤੀ ਵਾਂਗ ਘਟਾਉਣਯੋਗ ਅਤੇ ਨਾ ਘਟਣਯੋਗ ਦੀ ਧਾਰਨਾ ਲਿਆ ਰਹੀ ਹਾਂ। ਅਣ-ਜੋੜ ਸਥਿਤੀਆਂ ਉਹ ਹਨ ਜੋ ਤੁਸੀਂ ਹੁਣੇ ਇੱਕ ਟੈਂਸਰ ਉਤਪਾਦ ਲਿਆ ਹੈ ਅਤੇ ਲਿਖਿਆ ਹੈ। ਪਰ ਫਿਰ ਜਦੋਂ ਤੁਸੀਂ ਇਹ ਕਿਹਾ ਕਿ ਯੁਗਮਿਤ ਅਵਸਥਾ ਦੇ ਵਿੱਚ ਵੀ ਕੁਝ ਗੁਣ ਹੁੰਦੇ ਹਨ, ਜਿਵੇਂ ਕਿ ਤੁਸੀਂ ਦੋ ਅਰਧ ਸਪਿਨ ਪਾਰਟੀਕਲ ਲੈਂਦੇ ਹੋ ਜਿੱਥੇ ਸਪਿਨ J1 ਦੇ ਬਰਾਬਰ ਹੈ ਅਤੇ J ਦੇ ਲੈਡਰ ਆਪਰੇਸ਼ਨ ਦੁਆਰਾ ਤੁਹਾਨੂੰ
ਜੋ ਸਾਰੀਆਂ ਅਵਸਥਾਵਾਂ ਪ੍ਰਾਪਤ ਹੁੰਦੀਆਂ ਹਨ, ਉਹਨਾਂ ਸਾਰੀਆਂ ਦਾ ਮੁੱਲ ਸਿਰਫ 1 ਦੇ ਬਰਾਬਰ ਹੁੰਦਾ ਹੈ, ਅਤੇ ਫਿਰ ਸਾਰੀਆਂ ਅਵਸਥਾਵਾਂ ਸਮਿਟ੍ਰਿਕ ਹੋਣਗੀਆਂ, ਅਤੇ ਜਦੋਂ ਸਪਿਨ ਜੇ ਮੂਲ ਅਵਸਥਾ ਦੇ ਬਰਾਬਰ ਹੁੰਦਾ ਹੈ ਤਾਂ ਅਸੀਂ ਲੱਭਦੇ ਹਾਂ ਕਿ ਔਰਥੋਗੋਨੈਲਿਟੀ 0-1 ਅਵਸਥਾ ਦੀ ਹੋਵੇਗੀ, ਅਤੇ ਫਿਰ ਅਸੀਂ ਲੱਭਦੇ ਹਾਂ ਕਿ ਇਹ ਐਂਟੀ ਸਿਮੈਟ੍ਰਿਕ ਹੈ। ਇਸ ਲਈ ਉਹਨਾਂ ਵਿੱਚ ਕੁਝ ਕਿਸਮ ਦੇ ਵਿਭਾਜਨ ਹੁੰਦੇ ਹਨ ਅਤੇ ਉਹਨਾਂ ਵਿੱਚੋਂ ਹਰੇਕ ਅਵਸਥਾ ਜਿਸਨੂੰ ਅਸੀਂ ਵਿਭਾਜਿਤ ਮਾਡਿਊਲ ਕਹਿੰਦੇ ਹਾਂ, ਇਹ ਇੱਕ ਵਿਭਾਜਿਤ ਮੋਡਿਊਲ ਹੈ। ਇਸ ਲਈ ਮੈਨੂੰ ਇਹ ਕਹਿਣ ਦਿਓ ਕਿ ਮੇਰਾ ਇਸ ਤੋਂ ਮਤਲਬ ਹੈ ਕਿ, ਅਤੇ ਇਹ ਉਹ ਹੈ ਜੋ ਅਸੀਂ ਲਿਖਣ ਜਾ ਰਹੇ ਹਾਂ। ਇਸ ਲਈ ਮੈਨੂੰ ਕੁਝ ਮਿੰਟਾਂ ਦਾ ਸਮਾਂ ਦਿਓ, ਅਤੇ ਫਿਰ ਮੈਂ ਤੁਹਾਨੂੰ ਕੁਝ ਟਰਮ ਦੱਸਾਂਗਾ। ਜੇਕਰ ਤੁਸੀਂ ਕਿਤਾਬਾਂ ਪੜ੍ਹਦੇ ਹੋ ਤਾਂ ਤੁਹਾਨੂੰ ਇਹ ਦੇਖਣ ਨੂੰ ਮਿਲੇਗਾ। ਇਸ ਲਈ ਇਹ ਉਹ ਹੈ ਜੋ ਅਸੀਂ ਕੀਤਾ ਹੈ J1 M1 ਟੈਂਸਰ ਪ੍ਰੋਡਕਟ ਆਫ J, ਜਿਸਨੂੰ ਅਸੀਂ ਕਪਲਡ ਸਟੇਟ ਕਹਿੰਦੇ ਹਾਂ। ਮੈਂ J1 J2 ਨੂੰ ਸਪਰੈਸ ਕਰਾਂਗਾ, ਇਸ ਲਈ ਇਹ ਅਨਕਪਲਡ ਹੈ। ਅਤੇ ਫਿਰ ਸਾਡੇ ਕੋਲ ਇੱਕ ਹੋਰ ਸੀ ਜੋ Jm ਸੀ, ਜਿਸਨੂੰ ਮੈਂ ਸੁਵਿਧਾ ਲਈ ਇਹ ਬ੍ਰੈਕਟ ਲਿਖਣ ਦੀ ਕੋਸ਼ਿਸ਼ ਕੀਤੀ, ਜਿਸਨੂੰ ਮੈਂ ਇਸਨੂੰ ਅਨਕਪਲਡ ਕਹਾਂਗਾ। ਇਹ 4 ਡਾਇਮੈਂਸ਼ਨਲ 4J1 J2 ਹਾਫ ਹੈ, ਅਤੇ ਇਸਨੂੰ J 1 M ਅਤੇ A ਸਮ 0 ਵਿਦ J 0 ਐਂਡ 0 ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ। ਇਹ ਉਹ ਹੈ ਜੋ ਤੁਸੀਂ ਦੇਖਿਆ, ਅਤੇ ਇਹ ਇੱਕ 3 ਡਾਇਮੈਂਸ਼ਨਲ ਸੀ, ਅਤੇ ਇਹ ਇੱਕ 1 ਡਾਇਮੈਂਸ਼ਨਲ ਸੀ। ਇਸ ਲਈ ਇਹ ਇੱਕ ਸਕੇਲਰ ਸਟੇਟ ਵਰਗਾ ਹੈ, ਜਾਂ ਇੱਕ ਸਕੇਲਰ ਆਪਰੇਟਰ ਵਰਗਾ ਹੈ, ਜਾਂ ਇੱਕ ਸਕੇਲਰ ਆਪਰੇਟਰ ਜਾਂ ਇੱਕ ਸਿੰਗਲੇਟ ਸਟੇਟ ਦੇ ਨਾਲ ਐਨਾਲਜੀ ਹੈ। ਅਤੇ ਸਿੰਗਲੇਟ ਸਟੇਟ ਅਤੇ ਰੋਟੇਸ਼ਨ ਦੇ ਤੌਰ ਤੇ ਰਹਿੰਦੀ ਹੈ, ਕਿਉਂਕਿ ਜੇਕਰ ਤੁਸੀਂ E2J ਪਲਸ ਆਪਰੇਟਰ J ਮਾਈਨਸ ਆਪਰੇਟਰ ਲਈ ਕਰਦੇ ਹੋ ਤਾਂ ਇਹ ਕੁਝ ਵੀ ਨਹੀਂ ਹੁੰਦਾ ਹੈ ਇਸ ਦਾ ਐਕਸਪੋਨੈਂਸ਼ੀਅਲ, ਜੋ ਕਿ ਇੱਕ ਆਈਡੈਂਟਿਟੀ ਆਪਰੇਸ਼ਨ ਵਾਂਗ ਹੋਵੇਗਾ। E2 ਦਾ ਪਾਵਰ ਆਫ IJ ਡਾਟ ਥੀਟਾ ਬਾਏ H ਕ੍ਰਾਸ ਔਨ J 0 ਤੁਹਾਨੂੰ ਉਹੀ ਸਟੇਟ ਦੇਵੇਗਾ। ਇਹ ਇੱਕ ਪਛਾਣ ਆਪਰੇਟਰ ਦੀ ਤਰ੍ਹਾਂ ਵਿਵਹਾਰ ਕਰ ਰਿਹਾ ਹੈ, ਸਿੰਗਲ ਸਟੇਟ ਰੋਟੇਸ਼ਨਾਂ ਦੁਆਰਾ ਪ੍ਰਭਾਵਿਤ ਨਹੀਂ ਹੈ। ਤੁਹਾਡੇ ਸਕੇਲਰ ਆਪਰੇਟਰ ਵਰਗੀ ਹੈ ਜੋ ਰੋਟੇਸ਼ਨ ਦੇ ਅਧੀਨ ਇੱਕੋ ਜਿਹੀ ਰਹਿੰਦੀ ਹੈ, ਅਤੇ ਇਹ ਰੋਟੇਸ਼ਨ ਦੇ ਅਧੀਨ ਬਦਲ ਜਾਵੇਗੀ ਇਸ ਸਟੇਟ ਦੇ ਬਰਾਬਰ J। ਇਹ ਇੱਕ ਸਪਿਨ 1 ਸਟੇਟ ਵਾਂਗ ਰੋਟੇਸ਼ਨ ਅਧੀਨ ਬਦਲ ਜਾਵੇਗਾ, ਅਤੇ ਇਹੀ ਗੱਲ ਆਪਰੇਟਰਸ ਲਈ ਹੋਵੇਗੀ ਜੋ ਵੈਕਟਰ ਆਪਰੇਟਰ ਹਨ। ਪਰ ਆਪਰੇਟਰਸ ਵਿੱਚ ਤੁਹਾਨੂੰ ਸਮਾਨਤਾ ਤਬਦੀਲੀ ਕਰਨੀ ਪਵੇਗੀ। U ਆਪਰੇਟਰ ਆਪਰੇਟਰਸ ਦੁਆਰਾ ਬਦਲੇ ਗਏ ਸਟੇਟ ਵੈਕਟਰ U ਡੈਗਰ ਆਪਰੇਟਰ U ਦੁਆਰਾ ਬਦਲਣਗੇ। ਮੋਡੀਫਿਕੇਸ਼ਨ ਤਾਂ ਜੋ ਤੁਸੀਂ ਦੇਖ ਸਕੋ ਕਿ ਕਿਸੇ ਕਿਸਮ ਦੀ ਰਿੰਗਿੰਗ ਜੋ ਤੁਹਾਨੂੰ ਦੱਸਦੀ ਹੈ ਕਿ ਅਨਕਪਲਡ ਬੇਸਿਸ ਵਿੱਚ ਕੁੱਲ 4 ਡਾਇਮੈਂਸ਼ਨਲ ਰਿਪਰੈਜ਼ੈਂਟੇਸ਼ਨ ਤੁਸੀਂ ਰੋਟੇਸ਼ਨ ਦੇ ਅਧੀਨ ਕੁਝ ਵਿਸ਼ੇਸ਼ਤਾਵਾਂ ਵਾਲੇ ਇਸ ਨੂੰ ਹੱਲ ਕਰ ਸਕਦੇ ਹੋ। ਇੱਕ ਸਟੇਟ ਜੋ ਰੋਟੇਸ਼ਨ ਦੇ ਅਧੀਨ ਇੱਕ ਹੋਰ ਸਟੇਟ ਹੈ ਜੋ ਰੋਟੇਸ਼ਨ ਦੇ ਅਧੀਨ ਇੱਕ ਵੈਕਟਰ ਦੀ ਤਰ੍ਹਾਂ ਕੰਮ ਕਰ ਰਹੀ ਹੈ। 3 ਕੰਪੋਨੈਂਟਸ। ਇਸ ਲਈ ਇਹ ਰੈਜ਼ੋਲੂਸ਼ਨ ਉਹ ਹੈ ਜੋ ਅਸੀਂ CG ਕੋਐਫੀਸ਼ੀਐਂਟ ਦੁਆਰਾ ਕੀਤਾ ਹੈ। ਅਸੀਂ CG ਕੋਐਫੀਸ਼ੀਐਂਟ ਕੀਤਾ ਹੈ ਜਿੱਥੇ ਅਸੀਂ ਇਹ ਰੈਜ਼ੋਲੂਸ਼ਨ ਕੀਤਾ ਸੀ। ਹੁਣ ਮੈਂ ਆਪਰੇਟਰਸ ਲਈ ਉਹੀ ਕੰਮ ਕਰਨਾ ਚਾਹਾਂਗਾ। ਠੀਕ ਹੈ, ਤਾਂ ਇਹ ਉਹ ਹੈ ਜਿਸ ਬਾਰੇ ਮੈਂ ਪਿਛਲੇ ਲੈਕਚਰ ਵਿੱਚ ਦੱਸ ਰਹੀ ਸੀ ਕਿ ਜੇਕਰ ਤੁਸੀਂ 2 ਵੈਕਟਰ ਲੈਂਦੇ ਹੋ, ਸਾਰੇ ਆਪਰੇਟਰਾਂ ਕੋਲ ਸਿਰਫ J ਦਾ ਇੰਟੀਜਰ ਹੋਵੇਗਾ। ਇਸ ਲਈ ਮੈਂ ਇਹਨਾਂ ਨੂੰ K ਅਤੇ Q ਨਾਮ ਦੇਵਾਂਗਾ, ਅਤੇ ਇਸ ਲਈ ਜੇਕਰ ਤੁਸੀਂ T ਆਫ K ਅਤੇ Q1 ਲੈਂਦੇ ਹੋ, ਅਤੇ T ਆਫ K2 Q2 ਇੱਕ ਟੈਂਸਰ ਪ੍ਰੋਡਕਟ ਲੈਂਦੇ ਹੋ, ਇਹ ਇੱਕ ਰਸਮੀ ਤੌਰ ਤੇ ਉਸ ਦੇ ਸਮਾਨ ਹੈ ਜੋ ਕਿ K12 Q1 Q2 ਦੀ ਇੱਕ ਐਨਾਲੋਜੀ ਹੈ। ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਆਪਰੇਟਰ ਹਨ, ਇਹ ਸਟੇਟਸ ਹਨ ਕਿ ਸਮਾਨਤਾ ਤੁਹਾਨੂੰ ਦੱਸਦੀ ਹੈ ਕਿ ਇਸ ਦੀ ਇਹ ਡਾਇਮੈਂਸ਼ਨੈਲਿਟੀ ਤੁਹਾਨੂੰ ਕਿਸ ਰੈਂਕ ਦਾ ਟੈਂਸਰ ਦੇਵੇਗੀ। 1 K1 ਪਲਸ K2 ਰਸਮੀ ਤੌਰ ਤੇ, ਪਰ ਇਹ ਇੱਕ ਰਿਡਿਊਸਿਬਲ ਟੈਂਸਰ ਹੋਵੇਗਾ। ਰਿਡਿਊਸਿਬਲ ਤੋਂ ਮੇਰਾ ਮਤਲਬ ਹੈ ਇਹ ਇੱਕ ਰਾ ਟੈਂਸਰ ਹੈ ਜਿੱਥੇ ਤੁਸੀਂ ਉਹਨਾਂ ਨੂੰ ਜੋੜਿਆ ਹੈ, ਪਰ ਹੁਣ ਮੈਂ ਰੋਟੇਸ਼ਨ ਪ੍ਰਾਪਰਟੀ ਦੇ ਸਬੰਧ ਵਿੱਚ ਰਿਜ਼ੋਲਵ ਕਰਨਾ ਹੈ।
ਉਹਨਾਂ ਨੂੰ ਰਿਜ਼ੋਲਵ ਕਰੋ। ਤੁਸੀਂ ਉਸੇ ਸੀਜੀ ਕੋਐਫੀਸ਼ੀਐਂਟਸ ਦੀ ਵਰਤੋਂ ਕਰਕੇ ਦੁਬਾਰਾ ਕਿਵੇਂ ਰਿਜ਼ੋਲਵ ਕਰੋਗੇ ਅਤੇ ਇਸਨੂੰ A ਕੇ Q ਵਿੱਚ ਵੰਡੋਗੇ, ਜਾਂ ਇਸ ਦੇ ਅਨੁਸਾਰ ਮੈਂ ਕਹਿ ਸਕਦਾ ਹਾਂ ਕਿ A ਕੇ Q ਦਾ T ਹੈ। ਇਸ ਲਈ ਇਹ ਇੱਕ ਲੀਨੀਅਰ ਸਮ ਹੈ ਜੋ K ਤੋਂ K1 ਮਾਈਨਸ K2 ਤੋਂ K1 ਪਲਸ K2 ਤੱਕ ਜਾਂਦਾ ਹੈ। ਇਹ ਇੱਕ ਲੀਨੀਅਰ ਸਮ ਹੈ, ਇਸ ਲਈ ਇਸ ਲੀਨੀਅਰ ਸਮ ਤੋਂ ਮੇਰਾ ਮਤਲਬ K1 ਮਾਈਨਸ K2 ਪਲਸ Q ਡਾਟ ਦੇ ਮੋਡ ਦਾ T ਹੈ। ਅੰਤ 'ਚ ਆਖਰੀ ਇੱਕ K1 ਪਲਸ K2 Q ਹੋਵੇਗਾ। ਇਹ ਸਮ ਜੋ ਮੈਂ ਲਿਖ ਰਿਹਾ ਹਾਂ ਉਹ ਹੈ ਜੋ ਅਸੀਂ ਇਸਨੂੰ ਕਿਸੇ ਕਿਸਮ ਦੇ ਤੌਰ ਤੇ ਕਹਿੰਦੇ ਹਾਂ, ਪਰ ਇਸ ਤਰ੍ਹਾਂ ਦਾ ਡਾਇਰੈਕਟ ਸਮ ਇੱਕ ਪ੍ਰਤੱਖ ਪ੍ਰੋਡਕਟ ਹੈ। ਉਹ ਹੈ ਜਿਸਨੂੰ ਅਸੀਂ ਇੱਕ ਪ੍ਰਤੱਖ ਸਮ ਕਹਿੰਦੇ ਹਾਂ। ਇਹਨਾਂ ਵਿੱਚੋਂ ਹਰ ਇੱਕ ਇਰੀਡਿਊਸਿਬਲ ਟੈਂਸਰ ਹਨ। ਸਾਰੇ ਵੱਖਰੇ। ਇਸ ਲਈ ਇਹ ਪੀਸ ਜਦੋਂ ਮੈਂ ਸਿਰਫ ਇੱਕ ਪ੍ਰੋਡਕਟ ਲੈਂਦਾ ਹਾਂ ਜਿਵੇਂ ਕਿ ਇੱਕ ਅਨਕਪਲਡ ਸਟੇਟ ਨੂੰ ਇੱਕ ਰਿਡਿਊਸਿਬਲ ਟੈਂਸਰ ਮੰਨਿਆ ਜਾਂਦਾ ਹੈ। ਬਿਲਕੁਲ ਉਹੀ ਹੈ ਜੋ ਅਸੀਂ ਕੀਤਾ ਸੀ, ਅਸੀਂ ਬੀਜੇ ਦੇ ਹੇਠਾਂ ਇੱਕ AI ਲਿਆ। A ਰੈਂਕ ਇੱਕ ਵੈਕਟਰ AI ਅਤੇ ਇੱਕ ਵੈਕਟਰ BJ ਕੰਪੋਨੈਂਟ ਸੀ ਅਤੇ ਫਿਰ ਮੈਂ ਇਸਨੂੰ ਰਸਮੀ ਤੌਰ ਤੇ ਰੈਂਕ 2 ਦੇ ਕੁਝ ਟੈਂਸਰ ਵਜੋਂ ਲਿਖਿਆ। A ਰਿਡਿਊਸਿਬਲ ਟੈਂਸਰ ਹੈ। A ਰੈਂਕ 1 ਦਾ ਵੈਕਟਰ ਹੈ। ਤੁਸੀਂ ਸਮਝਦੇ ਹੋ ਕਿ ਮੈਂ ਕੀ ਕਹਿ ਰਹੀ ਹਾਂ। A ਵੀ ਰੈਂਕ ਦਾ ਵੈਕਟਰ ਹੈ। ਤੁਹਾਡੇ ਕੋਲ ਰੈਂਕ 1 ਦੇ 2 ਵੈਕਟਰ ਸੀ, ਤੁਸੀਂ 2 ਵੈਕਟਰਾਂ ਦਾ ਇੱਕ ਟੈਂਸਰ ਪ੍ਰੋਡਕਟ ਲਿਆ ਹੈ ਅਤੇ ਤੁਹਾਨੂੰ ਰੈਂਕ 2 ਦਾ ਇੱਕ ਅਧੂਰਾ ਟੈਂਸਰ ਮਿਲਿਆ ਹੈ ਜਿਸਨੂੰ ਰਿਡਿਊਸਿਬਲ ਟੈਂਸਰ ਅਤੇ ਉਹ ਰਿਡਿਊਸਿਬਲ ਟੈਂਸਰ ਕਿਹਾ ਜਾਂਦਾ ਹੈ। ਤੁਸੀਂ ਇਸਨੂੰ ਕੰਪੋਨੈਂਟਸ ਦੇ ਤੌਰ ਤੇ ਲਿਖ ਸਕਦੇ ਹੋ ਜਾਂ ਇਸਨੂੰ ਇਰੀਡਿਊਸਿਬਲ ਟੈਂਸਰਾਂ ਵਿੱਚ ਰਿਜ਼ੋਲਵ ਕਰ ਸਕਦੇ ਹੋ ਅਤੇ ਇਹਨਾਂ 'ਚੋਂ ਹਰੇਕ ਹਿੱਸੇ ਦਾ ਰੋਟੇਸ਼ਨ ਦੇ ਅਧੀਨ ਇੱਕ ਖਾਸ ਵਿਵਹਾਰ ਹੋਵੇਗਾ। ਅਧੂਰੇ ਦਾ ਕੋਈ ਖਾਸ ਵਿਵਹਾਰ ਨਹੀਂ ਹੋਵੇਗਾ। ਤੁਸੀਂ ਇਸਨੂੰ ਉਪ ਕੰਪੋਨੈਂਟਾਂ ਵਿੱਚ ਵੰਡ ਸਕਦੇ ਹੋ ਤਾਂ ਕਿ ਉਸ ਮੈਟ੍ਰਿਕਸ ਦਾ ਇੱਕ ਟਰੇਸ ਇੱਕ ਡਾਟ B ਤੋਂ ਇਲਾਵਾ ਹੋਰ ਕੁਝ ਨਹੀਂ ਹੈ ਜੋ ਰੋਟੇਸ਼ਨ ਦੇ ਅਧੀਨ ਬਦਲਦਾ ਹੈ। ਇੱਕ ਜੋ ਰੋਟੇਸ਼ਨ ਦੇ ਅਧੀਨ ਬਦਲਦਾ ਹੈ ਇੱਕ ਸਿੰਗਲ ਸਟੇਟ ਨਾਲ ਦਾ ਹੁੰਦਾ ਹੈ ਜੋ ਰੋਟੇਸ਼ਨ ਆਪਰੇਟਰ ਦੇ ਅਧੀਨ ਨਹੀਂ ਬਦਲਦਾ, ਤਾਂ ਕਿ ਸਕੇਲਰ 2 ਵੈਕਟਰਾਂ ਦੇ ਟੈਂਸਰ ਪ੍ਰੋਡਕਟ 'ਚੋਂ ਬਾਹਰ ਕੱਢਿਆ ਗਿਆ ਇੱਕ ਇਰੀਡਿਊਸਿਬਲ ਟੈਂਸਰ ਹੈ। ਅਤੇ ਤੁਸੀਂ ਕਿਵੇਂ ਬਾਹਰ ਕੱਢੋਗੇ? ਤੁਸੀਂ ਸੀਜੀ ਕੋਐਫੀਸ਼ੀਐਂਟਸ ਸਮਾਨ ਵਿਧੀ ਦੀ ਵਰਤੋਂ ਕਰ ਸਕਦੇ ਹੋ ਅਤੇ ਰਿਡਿਊਸਿਬਲ ਟੈਂਸਰ ਤੋਂ ਇਰੀਡਿਊਸਿਬਲ ਟੈਂਸਰ ਕੱਢ ਸਕਦੇ ਹੋ ਜੋ ਤੁਸੀਂ ਹੁਣੇ ਅਧੂਰੀ ਮਲਟੀਪਲਾਈ ਕਰਕੇ ਪ੍ਰਾਪਤ ਕੀਤਾ ਹੈ। 2 ਵੱਖਰੇ ਟੈਂਸਰ। ਜਦੋਂ ਅਸੀਂ 2 ਵੈਕਟਰ ਕੀਤੇ ਤਾਂ ਤੁਸੀਂ ਵੈਕਟਰ A ਅਤੇ ਇੱਕ ਵੈਕਟਰ B ਲੈਂਦੇ ਹੋ। ਜਦੋਂ ਤੁਸੀਂ ਉਹਨਾਂ ਨੂੰ ਸਿਰਫ ਬਣਾਉਂਦੇ ਹੋ ਤਾਂ ਤੁਸੀਂ ਡਾਟ ਪ੍ਰੋਡਕਟ ਜਾਂ ਕ੍ਰਾਸ ਪ੍ਰੋਡਕਟ ਨਹੀਂ ਕਰ ਰਹੇ ਹੋ, ਬਸ ਰਸਮੀ ਤੌਰ ਤੇ BJ ਨਾਲ AI ਲੈ ਰਹੇ ਹੋ ਜਿੱਥੇ ਮੈਂ 1 2 3 ਜਾਂ ਜੇ ਕੁਝ ਵੀ ਹੋ ਸਕਦਾ ਹਾਂ 1 2 3 ਹੋ ਸਕਦੇ ਹਨ। ਇੱਥੇ ਕਿੰਨੇ ਕੰਪੋਨੈਂਟ ਹਨ? 9 3 ਕ੍ਰਾਸ 3 ਜੋ ਕਿ 9 ਹੈ। ਇਸ ਲਈ 9 ਨੂੰ 3 ਕ੍ਰਾਸ 3 ਮੈਟ੍ਰਿਕਸ ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ। ਮੈਂ ਇਸਨੂੰ ਰੈਂਕ 2 ਟੈਂਸਰ ਕਹਿ ਸਕਦਾ ਹਾਂ। ਮੈਂ ਇਸਨੂੰ ਰਸਮੀ ਤੌਰ ਤੇ TIG ਦੇ ਰੂਪ ਵਿੱਚ ਲਿਖ ਸਕਦਾ ਹਾਂ, ਪਰ ਇਹ ਰੈਂਕ 2 ਟੈਂਸਰ ਇੱਕ ਰਿਡਿਊਸਿਬਲ ਹੈ। ਮੈਂ ਇਸਨੂੰ ਰਿਜ਼ੋਲਵ ਕਰਨਾ ਚਾਹੁੰਦਾ ਹਾਂ ਅਤੇ ਇਸਨੂੰ ਕੰਪੋਨੈਂਟਸ ਦੇ ਰੂਪ ਵਿੱਚ ਲਿਖਣਾ ਚਾਹੁੰਦਾ ਹਾਂ ਜਿਸ ਦਾ ਰੋਟੇਸ਼ਨਾਂ ਦੇ ਅਧੀਨ ਖਾਸ ਵਿਵਹਾਰ ਹੁੰਦਾ ਹੈ। ਅਜਿਹਾ ਕਰਨ ਲਈ ਮੈਂ ਕੀ ਕਰਾਂਗਾ? ਮੈਂ ਇਸਨੂੰ ਇਸ ਤਰੀਕੇ ਨਾਲ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਾਂਗਾ। ਇਸ ਤਰ੍ਹਾਂ ਇਹ ਰੈਜ਼ੋਲੂਸ਼ਨ ਤੁਹਾਨੂੰ ਯਾਦ ਹੈ ਕਿ ਜਦੋਂ ਤੁਸੀਂ ਜੋੜੀ ਹੋਈ ਅਵਸਥਾ ਵਿੱਚ ਜਾਣ ਲਈ ਇਹ ਅਣਜੋੜ ਅਵਸਥਾ ਕੀਤੀ ਸੀ ਤਾਂ ਇਸ ਰੈਜ਼ੋਲੂਸ਼ਨ ਨੇ ਤੁਹਾਨੂੰ ਸੀਜੀ ਕੋਐਫੀਸ਼ੀਐਂਟ ਦਿੱਤਾ ਸੀ। ਉਹੀ ਸੀਜੀ ਕੋਐਫੀਸ਼ੀਐਂਟ ਮੈਨੂੰ ਕਰਨ ਵਿੱਚ ਮਦਦ ਕਰੇਗਾ। ਇਹ ਅਣਜੋੜ ਅਵਸਥਾ ਨਹੀਂ ਹੈ, ਇਸਨੂੰ ਰਿਡਿਊਸਿਬਲ ਟੈਂਸਰ ਕਿਹਾ ਜਾਂਦਾ ਹੈ। ਮੈਂ ਇਸਨੂੰ ਇਰੀਡਿਊਸਿਬਲ ਕੰਪੋਨੈਂਟ ਵਿੱਚ ਤੋੜ ਸਕਦਾ ਹਾਂ। ਕੀ ਇੱਕ ਸਪਿਰਿਟ ਕਲੀਅਰ ਹੈ? ਤੁਹਾਨੂੰ ਹੁਣ ਵਾਪਸ ਜਾਣਾ ਚਾਹੀਦਾ ਹੈ ਅਤੇ ਸ਼ਿਫਟ ਨੂੰ ਦੇਖਣਾ ਚਾਹੀਦਾ ਹੈ। ਇਹ ਕੁਆਂਟਮ ਮਕੈਨਿਕਸ ਦੀਆਂ ਸਮਰੂਪਤਾਵਾਂ ਵਿੱਚ ਬਹੁਤ ਵਧੀਆ ਢੰਗ ਨਾਲ ਕਿਹਾ ਗਿਆ ਹੈ। ਇੱਥੇ ਇੱਕ ਸੈਕਸ਼ਨ
ਡੈਫੀਨੇਸ਼ਨ ਹੈ ਜਿੱਥੇ ਇਹ ਟੈਂਸਰ ਬਹੁਤ ਵਧੀਆ ਤਰੀਕੇ ਨਾਲ ਲਿਖੇ ਗਏ ਹਨ। ਹੁਣ ਜੇ ਤੁਸੀਂ ਜਾ ਕੇ ਪੜ੍ਹੋ ਤਾਂ ਤੁਸੀਂ ਸਮਝ ਜਾਓਗੇ। ਤੁਸੀਂ ਮਿਕਸ ਐਂਡ ਮੈਚ ਵੀ ਕਰ ਸਕਦੇ ਹੋ। ਤੁਹਾਡੇ ਕੋਲ ਇੱਕ ਟੈਂਸਰ ਆਪਰੇਟਰ ਹੋ ਸਕਦਾ ਹੈ ਅਤੇ ਸਟੇਟ ਵੀ। ਕੋਈ ਵੀ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਤੁਹਾਨੂੰ ਸਿਰਫ ਇਸ ਨੂੰ ਦੇਖਣਾ ਚਾਹੀਦਾ ਹੈ ਕਿਉਂਕਿ ਹੁਣ ਤੁਸੀਂ ਅੱਗੇ ਪਿੱਛੇ ਜਾ ਸਕਦੇ ਹੋ। ਤੁਹਾਨੂੰ ਸਿਰਫ ਟੈਂਸਰ ਆਪਰੇਟਰਾਂ ਨੂੰ ਹੋਰ ਟੈਂਸਰ ਆਪਰੇਟਰ ਨਾਲ ਗੁਣਾ ਕਰਨ ਦੀ ਲੋੜ ਨਹੀਂ ਹੈ। ਕਿਸੇ ਹੋਰ ਟੈਂਸਰ ਆਪਰੇਟਰ ਨਾਲ ਮਲਟੀਪਲਾਈ ਕਰਕੇ ਤੁਹਾਡੇ ਕੋਲ ਐਂਗੂਲਰ ਮੋਮੈਂਟਮ ਸਟੇਟ ਤੇ ਵੀ ਕੰਮ ਕਰਨ ਵਾਲਾ ਇੱਕ ਟੈਂਸਰ ਆਪਰੇਟਰ ਹੋ ਸਕਦਾ ਹੈ। ਇਸ ਲਈ ਉਹ ਕੰਪੋਜੀਸ਼ਨਸ ਵੀ ਕੀਤੀਆਂ ਜਾ ਸਕਦੀਆਂ ਹਨ। ਇਸ ਲਈ ਕਿਰਪਾ ਕਰਕੇ ਵਾਪਸ ਜਾਓ ਅਤੇ ਸ਼ਿਫਟ ਨੂੰ ਪੜ੍ਹੋ ਅਤੇ ਫਿਰ ਤੁਸੀਂ ਉਸ ਨੂੰ ਸਮਝ ਸਕੋਗੇ ਜੋ ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ। ਪਰ ਘੱਟੋ ਘੱਟ ਤੁਹਾਨੂੰ ਇਹ ਸਪਸ਼ਟ ਹੋਣਾ ਚਾਹੀਦਾ ਹੈ ਕਿ ਇਹ ਇੱਕ ਰਿਡਿਊਸਿਬਲ ਟੈਂਸਰ ਹੈ ਅਤੇ ਤੁਸੀਂ ਸੀਜੀ ਕੋਐਫੀਸ਼ੀਐਂਟ ਦੀ ਵਰਤੋਂ ਉਸੇ ਤਰ੍ਹਾਂ ਕਰੋਗੇ ਜਿਵੇਂ ਅਸੀਂ ਇਸ ਨੂੰ ਮੋੜ ਕੇ 1-2 ਨੂੰ 1 ਤੋਂ ਕੇ 1+2 ਸਟੈਪਸ ਵਿੱਚ ਤੋੜਨ ਲਈ ਸੀਜੀ ਕੋਐਫੀਸ਼ੀਐਂਟ ਦੀ ਵਰਤੋਂ ਕਰਦੇ ਹਾਂ ਤਾਂ ਇਹੀ ਚੀਜ਼ ਤੁਸੀਂ ਟੈਂਸਰਾਂ ਲਈ ਕਰਨੀ ਹੈ। ਇਸ ਲਈ TK-Q ਇੱਕ ਅਟੁੱਟ ਟੈਂਸਰ ਹੈ ਜਿੱਥੇ Q ਮੁੱਲ ਲੈਂਦਾ ਹੈ ਇਸੇ ਤਰ੍ਹਾਂ ਫੇਰ ਤੋਂ ਹੈ ਅਤੇ ਦੁਹਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਟੇਟ ਵੈਕਟਰ K ਦੇ ਸਮਾਨ Q ਜਿਸ ਤਰ੍ਹਾਂ ਅਸੀਂ ਦੋ ਵੈਕਟਰਾਂ ਦੇ ਟੈਂਸਰ ਪ੍ਰੋਡਕਟ ਲੈਂਦੇ ਹਾਂ ਤੁਸੀਂ ਦੋ ਦੇ ਟੈਂਸਰ ਪ੍ਰੋਡਕਟ ਲੈ ਸਕਦੇ ਹੋ। ਦੋ ਟੈਂਸਰ ਜੋ ਅਸੀਂ ਲੈਂਦੇ ਹਾਂ ਇਹ ਮਾਮੂਲੀ ਤੌਰ ਤੇ ਇਹ TK-Q ਇਰੀਡਿਊਸਿਬਲ ਟੈਂਸਰ ਹਨ। ਇਸ ਲਈ ਦੋ ਅਟੁੱਟ ਟੈਂਸਰ ਦਾ ਪ੍ਰੋਡਕਟ ਤੁਹਾਨੂੰ ਇੱਕ ਰਿਡਿਊਸਿਬਲ ਟੈਂਸਰ ਦੇਵੇਗਾ ਆਮ ਤੌਰ ਤੇ। ਇਸ ਲਈ ਜਦੋਂ ਵੀ ਅਸੀਂ ਦੋ TK-Q ਦੇ ਟੈਂਸਰ ਪ੍ਰੋਡਕਟ ਲੈਂਦੇ ਹਾਂ ਤਾਂ ਹਰ ਇੱਕ ਇਰੀਡਿਊਸਿਬਲ ਟੈਂਸਰ ਹੁੰਦਾ ਹੈ। ਪਰ ਜਦੋਂ ਤੁਸੀਂ ਪ੍ਰੋਡਕਟ ਲੈਂਦੇ ਹੋ ਤਾਂ ਇੱਕ ਨਵਾਂ ਟੈਂਸਰ ਮਿਲੇਗਾ ਜਿਸਦਾ ਰੈਂਕ 1+2 ਜਿਹਾ ਦਿਖਾਈ ਦੇਵੇਗਾ ਅਤੇ ਇਹ ਇਰੀਡਿਊਸਿਬਲ ਟੈਂਸਰ ਨਹੀਂ ਹੈ। ਇਸ ਲਈ ਅਸੀਂ ਆਖਰੀ ਟਾਈਮ ਦੇ ਆਧਾਰ ਤੇ ਕੀਤਾ ਮੈਂ ਇਸ ਨੂੰ ਇੱਥੇ ਦੁਬਾਰਾ ਦੁਹਰਾ ਰਹੀ ਹਾਂ। ਅਸੀਂ ਦੋ ਵੈਕਟਰਾਂ ਦਾ ਟੈਂਸਰ ਪ੍ਰੋਡਕਟ ਲੈ ਸਕਦੇ ਹਾਂ ਅਤੇ ਅਸੀਂ IIJ ਲਿਖ ਸਕਦੇ ਹਾਂ ਇਹ ਸਾਡੇ ਨੋਟੇਸ਼ਨ ਵਿੱਚ ਹੈ। ਹੁਣ ਇਹ ਇੱਕ ਰਿਡਿਊਸਿਬਲ ਟੈਂਸਰ ਹੈ। ਇਹ I ਰੈਂਕ 1 ਦਾ ਇਰੀਡਿਊਸਿਬਲ ਟੈਂਸਰ ਸੀ। ਜੇਕਰ ਤੁਸੀਂ ਸੇਮ ਵੈਕਟਰ RI ਅਤੇ RJ ਲੈਂਦੇ ਹੋ ਤਾਂ ਹਰੇਕ ਰੈਂਕ ਦਾ ਇੱਕ ਇਰੀਡਿਊਸਿਬਲ ਟੈਂਸਰ ਹੁੰਦਾ ਹੈ। ਪਰ ਪ੍ਰੋਡਕਟ ਜੋ ਤੁਹਾਨੂੰ ਇਨਰਸ ਟੈਂਸਰ ਦਾ ਇੱਕ ਪਲ ਦਿੰਦਾ ਹੈ ਇੱਕ ਰਿਡਿਊਸਿਬਲ ਟੈਂਸਰ ਹੈ ਅਤੇ ਤੁਸੀਂ ਉਸ ਰਿਡਿਊਸਿਬਲ ਟੈਂਸਰ ਨੂੰ ਟੁਕੜਿਆਂ ਵਿੱਚ ਤੋੜ ਸਕਦੇ ਹੋ। ਇਹ ਉਹ ਹੈ ਜੋ ਮੈਂ ਕਹਿ ਰਿਹਾ ਸੀ ਪਰ ਮੈਂ ਇੱਥੇ ਸੀਜੀ ਕੋਐਫੀਸ਼ੀਐਂਟਸ ਨਹੀਂ ਕੀਤਾ। ਪਰ ਤੁਸੀਂ ਇਹ ਵੀ ਕਰ ਸਕਦੇ ਹੋ। ਇਸ ਲਈ ਜੇਕਰ ਤੁਸੀਂ ਸੀਜੀ ਕੋਐਫੀਸ਼ੀਐਂਟਸ ਕਰਦੇ ਹੋ ਤਾਂ ਇਹ ਤੁਹਾਨੂੰ ਪੀਸ ਦੇਵੇਗਾ। ਇੱਕ ਡਾਟ B ਹੈ ਜੋ ਇੱਕ ਟਰੇਸ ਨਾਲ ਦਾ ਹੈ। ਦੂਜਾ ਇੱਕ ਕ੍ਰਾਸ B ਹੈ ਜੋ ਕਿ ਇਸ IIJ ਟੈਂਸਰ ਦੇ ਇੱਕ ਐਂਟੀ ਸਿਮੈਟ੍ਰਿਕ ਪੀਸ ਨਾਲ ਦਾ ਹੈ। ਆਖਰੀ ਬਾਕੀ ਹੈ 9 ਚੋਂ। ਤੁਹਾਡੇ ਕੋਲ ਪਹਿਲਾਂ ਹੀ ਇੱਥੇ ਇੱਕ ਕੰਪੋਨੈਂਟ ਹੈ। ਇੱਕ ਵੈਕਟਰ ਵਿੱਚ 3 ਹਨ। 3+1 4 ਕਿੰਨੇ ਬਾਕੀ ਹਨ? 5 ਇੱਕ ਸਿਮੈਟ੍ਰਿਕ ਟਰੇਸਲੈਸ ਟੈਂਸਰ ਵਿੱਚ 5 ਇੰਡੀਪੈਂਡੈਂਟ ਕੰਪੋਨੈਂਟ ਹੋਣਗੇ। ਟਰੇਸ ਦੇ ਨਾਲ ਇਹ 6 ਹੋਵੇਗਾ ਪਰ ਬਿਨਾਂ ਟਰੇਸ ਦੇ ਜੇਕਰ ਅਸੀਂ ਟਰੇਸ ਨੂੰ ਰਿਡਿਊਸ ਕੇ 0 ਕਰਨਾ ਚਾਹੁੰਦੇ ਹਾਂ ਤਾਂ ਇੱਕ ਹੋਰ ਕੰਪੋਨੈਂਟ ਸੀਮਤ ਹੈ ਇਸ ਲਈ ਇਹ 5 ਕੰਪੋਨੈਂਟ ਹੈ। ਇੱਕ ਵਾਰ ਜਦੋਂ ਮੈਂ 5 ਕੰਪੋਨੈਂਟਸ ਪ੍ਰਾਪਤ ਕਰ ਲਿਆ ਹੈ ਤਾਂ ਤੁਸੀਂ ਇੱਕ ਸਮਾਨਤਾ ਦੇਖ ਸਕਦੇ ਹੋ ਜਦੋਂ ਮੈਂ ਦੋ ਸਪਿਨ ਇੱਕ ਸਟੇਟ ਦਾ ਇੱਕ ਟੈਂਸਰ ਪ੍ਰੋਡਕਟ ਲਿਆ ਜੋ 9 ਡਾਇਮੈਂਸ਼ਨਲ ਸੀ। ਅਲਾਉਡ ਜੇ ਵੈਲਿਊਜ਼ ਹਨ J1 J2 ਤੋਂ J1 J2। ਇਸ ਲਈ ਇਹ 0 1 ਅਤੇ 2 ਹੈ। ਇਸ ਲਈ ਇਹ ਉਹ ਹੈ ਜੋ ਤੁਸੀਂ ਸਟੇਟਸ ਲਈ ਲਿਖਿਆ ਹੋਵੇਗਾ। ਇਹ ਬਿਲਕੁਲ ਉਹੀ ਹੈ ਜੋ ਮੈਂ ਇੱਥੇ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਤੁਹਾਡੇ ਸਟੇਟਸ ਨੂੰ ਦੁਬਾਰਾ ਲਿਖਣਾ। ਆਪਣੇ ਆਪਰੇਟਰ ਨੂੰ ਦੋ ਆਪਰੇਟਰ ਦੇ ਟੈਂਸਰ ਪ੍ਰੋਡਕਟ ਨੂੰ ਦੁਬਾਰਾ ਲਿਖਣਾ। ਜਿਵੇਂ ਕਿ ਮੈਂ ਇਰੀਡਿਊਸਿਬਲ ਕੰਪੋਨੈਂਟਸ ਨੂੰ ਰਿਜ਼ੋਲਵ ਕੀਤਾ ਹੈ ਤਾਂ ਇਸ ਲਈ ਮੈਂ ਇਸ ਨੂੰ ਤੁਹਾਡੇ ਲਈ ਹੋਰ ਕੰਪਲੀਟ ਚੀਜ਼ ਵਿੱਚ ਰੱਖ ਰਹੀ ਹਾਂ ਤਾਂ ਮੈਂ IBJ ਨੂੰ ਲੈ ਕੇ ਜਾ ਰਹੀ ਹਾਂ। ਜੇਕਰ ਤੁਸੀਂ ਉਲਝਣ ਵਿੱਚ ਹੋ ਤਾਂ ਮੈਨੂੰ ਇਸ ਨੂੰ ਕੁਝ ST ਦੇ ਰੂਪ ਵਿੱਚ ਕਾਲ ਕਰਨ ਦਿਓ। ਜੇਕਰ ਤੁਸੀਂ ਉਲਝਣ ਵਿੱਚ ਹੋ ਰਹੇ ਹੋ ਤਾਂ ਮੈਨੂੰ ਇਸ ਨੂੰ CIJ ਇਸ CIJ ਦੇ ਰੂਪ ਵਿੱਚ ਰੱਖਣ ਦਿਓ। ਮੈਂ CII ਪਲੱਸ ਲਿਖ ਸਕਦਾ ਹਾਂ CJ ਮਾਈਨਸ CJI 2 ਦੁਆਰਾ।
ਕੀ ਇਹ ਸਹੀ ਹੈ? ਮੈਂ ਕੁਝ ਨਹੀਂ ਕੀਤਾ, ਮੈਂ ਥੋੜੇ ਜਿਹੇ ਵਿੱਚ CIJ ਲਿਖਿਆ ਹੈ। ਥੋੜੇ ਜਿਹੇ ਆਸਾਨ ਲੁਕਿੰਗ 'ਚ ਮੈਂ ਹੋਰ ਕੁਝ ਨਹੀਂ ਕੀਤਾ। ਇਹ ਮੈਂ ਇਸ ਨੂੰ C ਟਾਈਮ ਡੈਲਟਾ IJ ਦੇ 3 ਟਰੇਸ ਦੇ ਰੂਪ ਵਿੱਚ ਲਿਖ ਸਕਦਾ ਹਾਂ। ਇਹ ਮੈਂ ਇਸ ਨੂੰ AIJ ਦੇ ਰੂਪ ਵਿੱਚ ਲਿਖਾਂਗਾ। ਇਸ ਬ੍ਰੈਕਟ ਤੇ ਲੁੱਟ ਇਹ ਮੈਂ ਇਸ ਨੂੰ SIJ ਵਜੋਂ ਲਿਖਾਂਗਾ ਕਿ ਕੋਈ ਜਾਂਚ ਕਰ ਸਕਦਾ ਹੈ ਕਿ SIJ ਦਾ ਟਰੇਸ 0 ਹੈ ਜਾਂ ਨਹੀਂ। ਤਾਂ ਮੈਂ ਕੀ ਕੀਤਾ? ਮੈਂ ਹੁਣੇ ਉਹੀ ਐਲੀਮੈਂਟ ਦੁਬਾਰਾ ਲਿਖਿਆ ਜੋ ਲੈਫਟ ਸਾਈਡ ਸੀ। ਇੱਕ ਰਿਡਿਊਸਿਬਲ ਐਲੀਮੈਂਟ ਹੈ। ਮੈਂ ਉਸੇ ਐਲੀਮੈਂਟ ਨੂੰ ਵਿੱਚ 3 ਪੀਸਜ਼ ਵਿੱਚ ਰਿਜ਼ੋਲਵ ਕੀਤਾ। ਡੈਲਟਾ IJ ਹਾਂ ਮੈਂ ਇਸ ਨੂੰ ਟਰੇਸ C ਟਾਈਮ ਡੈਲਟਾ IJ ਦੇ ਤੌਰ ਤੇ ਪਾਉਂਦਾ ਹਾਂ ਤਾਂ ਜੋ IJ ਐਲੀਮੈਂਟ ਲਏ ਹਨ। ਇਸ ਲਈ ਮੈਂ ਹੁਣੇ ਹੀ ਕਿਸੇ ਵੀ ਕੰਪੋਨੈਂਟ ਨੂੰ ਰਸਮੀ ਤੌਰ ਤੇ ਦੇ ਰੂਪ ਵਿੱਚ ਜੋੜ ਕੇ ਲਿਖਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਕਿ ਇਸ ਨੂੰ ਇਸ਼ਾਰਾ ਕੀਤਾ ਜਾ ਰਿਹਾ ਹੈ। ਮੈਂ ਨੂੰ ਸਪਸ਼ਟ ਤੌਰ ਤੇ ਇਸ ਤਰ੍ਹਾਂ ਲਿਖ ਸਕਦਾ ਹਾਂ ਤਾਂ ਜੋ ਸਾਰੇ ਸੂਚਕਾਂਕ ਦਿਖਾਈ ਦੇਣ। ਇਸ ਲਈ ਤੁਸੀਂ CLL ਦੀ ਵਰਤੋਂ ਕਰ ਸਕਦੇ ਹੋ ਅਤੇ ਫਿਰ ਇੱਕ ਡੈਲਟਾ IG ਪਾ ਸਕਦੇ ਹੋ ਜੋ ਤੁਸੀਂ ਕਹਿ ਰਹੇ ਹੋ। ਇਸ ਲਈ CLL ਦਾ ਮਤਲਬ ਹੈ ਕਿ ਇਹ ਲੈਂਬਡਾ ਹੈ। ਇਸ ਲਈ ਮੈਂ ਹੁਣੇ ਹੀ ਇੱਕ ਫੈਸ਼ਨ ਵਿੱਚ ਦੁਬਾਰਾ ਲਿਖਣ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਰੋਟੇਸ਼ਨ ਦੇ ਅਧੀਨ ਸਿਮੈਟ੍ਰਿਕ ਟੈਂਸਰ ਬਣ ਜਾਂਦਾ ਹੈ। ਕਿ ਇਸ ਤਰ੍ਹਾਂ ਦੀ ਹਫੜਾ ਦਫੜੀ ਹੁੰਦੀ ਹੈ ਜਦੋਂ ਤੁਹਾਡੇ ਕੋਲ ਦੋ ਡੈਲ R ਹੋਣ ਜਦੋਂ ਤੁਹਾਡੇ ਕੋਲ ਸਿਮੈਟ੍ਰਿਕ ਹੈ ਅਤੇ ਜੇਕਰ ਤੁਹਾਡੇ ਕੋਲ ਇੱਕ ਐਪਸਾਈਲੋਨ IJK ਹੈ ਤਾਂ ਤੁਸੀਂ ਇਸ ਨੂੰ 0 ਕਰ ਦਿੰਦੇ ਹੋ ਕਿਉਂਕਿ ਪ੍ਰੋਡਕਟ ਦੋ ਵੱਖ-ਵੱਖ ਥਾਵਾਂ ਤੇ ਹੁੰਦਾ ਹੈ। ਮੈਨੂੰ ਯਕੀਨ ਹੈ ਕਿ ਤੁਸੀਂ ਇਹ ਦੇਖਿਆ ਹੋਵੇਗਾ। ਮੰਨ ਲਓ ਕਿ ਮੈਂ ਤੁਹਾਨੂੰ ਇੱਕ ਐਪਸਾਈਲੋਨ IJK ਦਿੰਦਾ ਹਾਂ ਅਤੇ ਮੈਂ ਤੁਹਾਨੂੰ ਇੱਕ JPK ਦਿੰਦਾ ਹਾਂ। ਇਹ ਕੀ ਹੈ? ਇਹ ਸਿਮੈਟ੍ਰਿਕ ਹੈ। ਇਹ ਐਂਟੀ ਸਿਮੈਟ੍ਰਿਕ ਹੈ। ਇਸ ਲਈ ਹਮੇਸ਼ਾ 0। ਇਸ ਲਈ ਸਿਮੈਟ੍ਰਿਕ ਪ੍ਰੋਡਕਟ ਅਤੇ ਵਿਰੋਧੀ ਸਿਮੈਟ੍ਰਿਕ ਪ੍ਰੋਡਕਟ ਐਂਟੀ ਸਿਮੈਟ੍ਰਿਕ ਟੈਂਸਰ ਅਤੇ ਸਿਮੈਟ੍ਰਿਕ ਟੈਂਸਰ ਹਮੇਸ਼ਾ ਦੋ ਵੱਖ-ਵੱਖ ਸਪੈਸ਼ ਹੁੰਦੇ ਹਨ। ਇਸ ਲਈ ਸਿਰਫ ਗੱਲ ਇਹ ਹੈ ਕਿ ਟਰੇਸ ਟਰਮ ਰੋਟੇਸ਼ਨ ਦੇ ਅਧੀਨ ਇਨਵੇਰੀਐਂਟ ਹੈ ਜਾਂ ਇਸ ਦਾ ਵਿਵਹਾਰ ਸਿੰਗਲ ਦੀ ਤਰ੍ਹਾਂ ਹੈ ਅਤੇ ਫਿਰ ਤੁਹਾਡੇ ਕੋਲ ਹੈ ਅਤੇ ਸਿਮੈਟ੍ਰਿਕ ਟੈਂਸਰ ਜੋ ਅਸਲ ਵਿੱਚ ਇੱਕ ਧੁਰੀ ਵੈਕਟਰ ਕਿਸਮ ਹੈ ਪਰ ਇਹ ਰੋਟੇਸ਼ਨ ਦੇ ਅਧੀਨ ਇੱਕ ਵੈਕਟਰ ਵਾਂਗ ਵਿਵਹਾਰ ਕਰਦਾ ਹੈ ਅਤੇ ਫਿਰ ਤੁਹਾਡੇ ਕੋਲ ਹੈ ਬਾਕੀ ਜਿਸ ਨੂੰ ਸਿਮੈਟ੍ਰਿਕ ਟਰੇਸਲੈਸ ਟੈਂਸਰ ਵਜੋਂ ਲਿਖਿਆ ਜਾ ਸਕਦਾ ਹੈ। ਇਸ ਵਿੱਚ 5 ਇੰਡੀਪੈਂਡੈਂਟ ਕੰਪੋਨੈਂਟ ਹਨ ਅਤੇ ਇਸ ਵਿੱਚ 3 ਇੰਡੀਪੈਂਡੈਂਟ ਕੰਪੋਨੈਂਟ ਹਨ ਅਤੇ ਇਹ ਕੇਵਲ ਇੱਕ ਹੈ। ਇਸ ਲਈ ਇਸ ਦੇ 9 ਕੰਪੋਨੈਂਟ ਹਨ ਅਤੇ 9 3 ਚੋਂ 3 ਵਿੱਚ ਆ ਗਏ ਹਨ। ਇੱਕ ਵੈਕਟਰ ਵਿੱਚ 3 ਕੰਪੋਨੈਂਟ ਹਨ, ਦੂਜੇ ਵੈਕਟਰ ਵਿੱਚ 3 ਕੰਪੋਨੈਂਟ ਹਨ। ਅਤੇ ਇਹ 9 ਕੰਪੋਨੈਂਟ ਨੂੰ ਠੀਕ ਉਸੇ ਤਰ੍ਹਾਂ ਰਿਜ਼ੋਲਵ ਕੀਤਾ ਜਾ ਸਕਦਾ ਹੈ ਜਿਵੇਂ ਅਸੀਂ CG ਕੋਐਫੀਸ਼ੀਐਂਟ ਕਰਦੇ ਹਾਂ। ਤੁਸੀਂ ਇਸ ਨੂੰ ਰਿਜ਼ੋਲਵ ਕਰ ਸਕਦੇ ਹੋ ਅਤੇ ਇਸ ਨੂੰ ਲਿਖ ਸਕਦੇ ਹੋ ਅਤੇ ਤੁਸੀਂ ਦੇਖੋਗੇ ਕਿ ਰੈਂਕ 0 ਪਲਸ ਰੈਂਕ 1 ਪਲਸ ਰੈਂਕ 2 ਹੈ। ਇਸ ਲਈ ਮੈਂ ਹੁਣ ਜੋ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਇਹ ਹੈ ਕਿ ਘੱਟੋ-ਘੱਟ ਵੈਕਟਰਾਂ ਨਾਲ ਮੈਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਇੱਕ ਸੰਕੇਤ ਦਿੱਤਾ ਗਿਆ ਹੈ। ਇਸ ਲਈ ਜੋ ਮੈਂ ਕਹਿਣ ਦੀ ਕੋਸ਼ਿਸ਼ ਕਰ ਰਹੀ ਹਾਂ ਉਹ ਹੈ, ਜੇਕਰ ਤੁਸੀਂ Q1 Q1 ਲੈਂਦੇ ਹੋ ਕਿ 2 Q2 ਲੈਂਦੇ ਹੋ ਤਾਂ ਤੁਸੀਂ ਇਸ ਨੂੰ CG ਕੋਐਫੀਸ਼ੀਐਂਟ ਦੇ ਟਰਮਜ਼ ਵਿੱਚ ਲਿਖ ਸਕਦੇ ਹੋ K ਨੂੰ ਮੋਡ K ਤੋਂ 1 ਮਾਈਨਸ K2 ਤੋਂ K1 ਪਲਸ ਵਿੱਚ ਜਾਣ ਦੇ ਨਾਲ K2 CG ਕੋਐਫੀਸ਼ੀਐਂਟ। ਮੈਂ ਇਸ ਨੂੰ ਸਪਸ਼ਟ ਤੌਰ ਤੇ ਵੀ ਲਿਖ ਸਕਦਾ ਹਾਂ ਪਰ ਤੁਸੀਂ ਕੀ ਸਮਝਦੇ ਹੋ ਕਿ ਮੇਰਾ ਕੀ ਮਤਲਬ ਹੈ ਅਤੇ ਇਹ Q ਪ੍ਰਤਿਬੰਧਿਤ ਹੈ ਅਤੇ ਇਹ Q ਪ੍ਰਤਿਬੰਧਿਤ ਹੈ Q ਨੂੰ ਇੱਕ ਖਾਸ ਐਲੀਮੈਂਟ ਲਈ
ਹੋਣਾ ਚਾਹੀਦਾ ਹੈ। ਇਸ ਲਈ ਜਦੋਂ ਵੀ ਅਸੀਂ ਇੱਕ ਲੈਂਦੇ ਹਾਂ Q ਅਤੇ ਇੱਕ Q1 ਤੇ Q2, ਤੁਹਾਨੂੰ ਇਹ K ਦਾ ਕੁਝ ਲੀਨੀਅਰ ਕੰਬੀਨੇਸ਼ਨ 0 ਤੋਂ 2 CG ਕੋਐਫੀਸ਼ੀਐਂਟ ਦੇ ਰੂਪ ਵਿੱਚ ਮਿਲੇਗਾ। ਇਹ ਜੋ ਮੈਂ ਕਹਿ ਰਹੀ ਹਾਂ, ਅਸੀਂ ਸਪਿਨ ਲਈ ਅੱਧੇ ਲਈ ਸਪਿਨ 1 ਲਈ ਇਹ ਵਿਸਤ੍ਰਿਤ ਤੌਰ ਤੇ ਕੀਤਾ ਹੈ। ਤੁਸੀਂ ਇਸ ਨੂੰ ਵਿਸਤ੍ਰਿਤ ਲਈ ਵੀ ਕਰ ਸਕਦੇ ਹੋ ਅਤੇ ਇਹ ਬਿਲਕੁਲ ਇਸ ਤਰ੍ਹਾਂ ਹੈ ਜਿਸ ਦਾ ਇਹ ਵੀ ਹੋਵੇਗਾ ਤੇ ਅਸੀਂ ਪੁਸ਼ਟੀ ਕਰ ਸਕਦੇ ਹਾਂ ਅਤੇ ਮੈਂ ਤੁਹਾਨੂੰ ਇੱਕ ਉਦਾਹਰਣ ਦੇਵਾਂਗਾ ਅਤੇ ਇਸ ਉਦਾਹਰਣ ਨੂੰ ਸਪਸ਼ਟ ਰੂਪ ਵਿੱਚ ਦਿਖਾਵਾਂਗੀ। ਬਸ ਮੈਂ ਇਹ ਹੁਣੇ ਨਹੀਂ ਕੀਤਾ ਹੈ ਪਰ ਅਸੀਂ ਇਸ ਨੂੰ ਹੁਣ ਦੇਖਾਂਗੇ ਕਿ ਸਪਿਰਿਟ ਕਲੀਅਰ ਹੈ ਕਿ ਚੀਜ਼ਾਂ ਕਿਵੇਂ ਚੱਲ ਰਹੀਆਂ ਹਨ। ਇਸ ਲਈ ਮੈਂ ਇਹ ਦੇਖ ਕੇ ਰਿਜ਼ੋਲਵ ਕੀਤਾ ਕਿ ਰੋਟੇਸ਼ਨ ਵਿਸ਼ੇਸ਼ਤਾਵਾਂ ਕਿਵੇਂ ਹਨ ਤੇ ਹਰ ਇੱਕ ਰਿਡਿਊਸਿਬਲ ਟੈਂਸਰ ਹੈ ਅਤੇ ਤੁਸੀਂ ਦੇਖ ਸਕਦੇ ਹੋ ਕਿ ਸਟੇਟ ਦੇ ਟੈਂਸਰ ਪ੍ਰੋਡਕਟ ਨੂੰ ਲੈ ਕੇ ਬਹੁਤ ਸਮਾਨਤਾ ਹੈ ਜੋ ਤੁਹਾਨੂੰ ਇੱਕ ਅਨਕਪਲਡ ਸਟੇਟ ਦੇਵੇਗੀ ਜੋ ਕਿ ਨੌਨ ਡਾਇਮੈਂਸ਼ਨ ਹੈ ਅਤੇ ਤੁਸੀਂ ਇਸ ਨੂੰ ਕਪਲਡ ਬੇਸਿਸ ਵਿੱਚ ਰਿਜ਼ੋਲਵ ਕਰ ਸਕਦੇ ਹੋ ਜੋ 1 ਡਾਇਮੈਂਸ਼ਨਲ, 3 ਡਾਇਮੈਂਸ਼ਨਲ ਅਤੇ 5 ਡਾਇਮੈਂਸ਼ਨਲ ਦੀ ਅਨੁਮਤੀ ਦੇਵੇਗਾ। 2J+1J ਦਾ ਡਾਇਮੈਂਸ਼ਨ ਹੈ। ਕਲੀਅਰ